सतनाम श्री वाहिगुरु साहिब जी। इहो सोहेला शब्द सुहावा, शब्दो सुहावा सदा सोहेला। सतगुरु सुनाया इहो सोहेला शब्द सुहावा, शब्दो सुहावा सदा सोहेला। सतगुरु सुनाया इहो तिनकै मन वसिया, जिन धुरों लिखिया आया। एक फिरे कनेरे करहै गल्लां, गल्ली किनै न पाया। कह नानक शब्द सोहेला, सतगुरु सुनाया। एक फिरे कनेरे करहै गल्लां, गल्ली किनै न पाया। कह नानक शब्द सोहेला, सतगुरु सुनाया। वाहिगुरु जी का खालसा, वाहिगुरु जी की फतेह। सतगुरु सच्चे पातशाह दसां पातशाहियां दी जग दी जोत, छत्र चबर तख्त दे मालिक, लोक परलोक दे सुखां दे दाते, जुगो जुग अटल सतगुरु महाराज धन श्री गुरु ग्रंथ साहिब, उन्हां दे पावन चरनां विच, उन्हां दे प्यार विच, उन्हां दे दरबार विच, ज्ञान प्रकाश विच जितने भी सत्संगी इस वेले आने एकत्र होए हो, गुरसिख माई अते भाई सबना नूं जी आया, जी आया। सतगुरु जी ने अज भी ये पावन वचन कीता है, इस भांत दा जद तक रब्बी रहमत नहीं हुंदी, करतारी कृपा नहीं हुंदी, यह जिहड़ा सबब है ना नहीं बनता। मैं फिर रिपीट करता, मैं दोहराउंदा, जब तक रब्बी कृपा नहीं हुंदी, रहमत नहीं हुंदी, वाहिगुरु जी दयालु नहीं हुंदे, तद तक आ जिहड़ी गल इस वेले बनी हुई है ना, गुरु दे नाल सांझ पाउण वाली, वो नहीं बनती। इसलिए मैं अक्सर बेनती करया करदा, सानू मनुखा जन्म मिलिया, 84 लख जोन विच उत्तम जन्म सुमानस देई, ये साडी बड़ी वड्डी प्राप्ति है। लेकिन मनुखा जीवन दे विच ना, मनुखा जन्म दे विच सिख दे घर जन्म मिल जाए, ये बड़े वड्डे भागां वाली बात, बहुत वड्डे भागां वाली। कारण उहदा यही है कि सिख परिवार विच जन्मिया होया बच्चा बचपन तो लैके ही गुरु नाल सांझ पाउण लग पैंदा है, उहदी शब्द नाल सांझ पैंदी है। बात ही सारी हो रहा है।
ਜਿਹੜੀ ਦੂਜੇ ਲੋਕਾਂ ਦੀ ਝੋਲੀ ਵਿੱਚ ਨਹੀਂ ਪਾਈ ਕਰਤਾਰ ਨੇ। ਤੇ ਫਿਰ ਮੇਰਾ ਤਾਂ ਵਿਚਾਰ ਇਉਂ ਹੈ ਭਾਈ ਕਿ ਕਰਤਾਰ ਨੇ, ਵਾਹਿਗੁਰੂ ਨੇ ਜਿਨ੍ਹਾਂ ਨੂੰ ਚੰਗੇ ਬਣਾਉਣਾ ਹੁੰਦਾ ਹੈ ਉਹਨਾਂ ਨੂੰ ਸਿੱਖਾਂ ਦੇ ਘਰ ਭੇਜਦਾ ਹੈ। ਇੱਕ ਵਾਰ ਆਖੋ ਵਾਹਿਗੁਰੂ, ਕਰੋ ਕਿਰਪਾ, ਬੋਲੋ ਸਾਰੇ ਵਾਹਿਗੁਰੂ। ਜਿਨ੍ਹਾਂ ਨੂੰ ਚੰਗੇ ਮਨੁੱਖ ਬਣਾਉਣਾ ਹੁੰਦਾ ਹੈ ਉਹਨਾਂ ਨੂੰ ਸਿੱਖਾਂ ਦੇ ਘਰ ਭੇਜਦਾ ਹੈ, ਔਰ ਉਹਨਾਂ ਜੈਸਾ ਜਗਤ ਵਿੱਚ, ਜਹਾਨ ਵਿੱਚ ਕੋਈ ਖੁਸ਼ਕਿਸਮਤ ਨਹੀਂ ਹੈ। ਅੱਜ ਇਹ ਸਾਡੀ ਫਿਰ ਖੁਸ਼ਕਿਸਮਤੀ ਹੋਈ। ਤੁਸੀਂ ਦੂਰੋਂ ਦੁਰਾਡਿਓਂ ਚੱਲ ਕੇ ਆਏ, ਅੰਮ੍ਰਿਤ ਵੇਲੇ ਜਾਗੇ, ਸੁਚੇਤ ਹੋਏ, ਇਸ਼ਨਾਨ ਪਾਨ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੁੜ ਬੈਠੇ। ਐਸੇ ਵੀ ਪ੍ਰਾਣੀ ਹਨ ਗੁਰੂ ਕੇ ਪਿਆਰ ਵਾਲੇ ਜਿਹੜੇ ਰਾਤ ਨੂੰ ਸੇਵਾ ਕਰਿਆ ਕਰਦੇ ਨੇ ਸ੍ਰੀ ਹਰਿਮੰਦਰ ਸਾਹਿਬ ਦੀ। ਲਾਈਨਾਂ ਲੱਗੀਆਂ ਹੁੰਦੀਆਂ ਨੇ, ਕਿਉਂ ਲੱਗੇ ਹੁੰਦੇ ਨੇ? ਸੇਵਾ ਕਰਨ ਵਾਲਿਆਂ ਦੇ। ਕਰਿਆ ਕਰੋ ਗਾਹੇ ਬਗਾਏ, ਜਦੋਂ ਕਿਤੇ ਆਉਂਦੇ ਹੋ ਕਰਿਆ ਕਰੋ। ਫਿਰ ਆਸਾ ਕੀ ਵਾਰ ਕੀਰਤਨ ਸ਼ਰਵਣ ਕੀਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਸਮਾਂ ਆਇਆ। ਅੱਜ ਫਿਰ ਹੈਡ ਗ੍ਰੰਥੀ ਸਾਹਿਬ ਨੇ, ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਸਤਿਗੁਰਾਂ ਦੇ ਪਿਆਰ ਵਾਲੇ ਗੁਰੂ ਰਾਮਦਾਸ ਜੀ ਦੀਆਂ ਅਸੀਸਾਂ ਦੇ ਪਾਤਰ। ਉਹਨਾਂ ਨੇ ਪਿਆਰ ਦੇ ਨਾਲ ਇਹ ਵਚਨ ਸਾਨੂੰ ਸਰਵਣ ਕਰਵਾਇਆ। ਇਹ ਪਾਵਨ ਵਚਨ 919 ਪੰਨਾ ਤੇ ਪਾਵਨ ਸ਼ਬਦ ਸੁਭਾਏਮਾਨ ਹੈ, ਸ਼ਿਸ਼ੋਭਤ ਹੈ। ਜਿਵੇਂ ਕਿ ਆਪਨੇ ਸਾਰਿਆਂ ਨੇ ਸੁਣਿਆ ਹੈ, ਸਤਿਗੁਰਾਂ ਨਾਲ ਪਿਆਰ ਕਰਨ ਵਾਲੇ ਸਿੱਖ ਅਕਸਰ ਹੀ ਆਨੰਦ ਸਾਹਿਬ ਦਾ ਪਾਠ ਕਰਿਆ ਕਰਦੇ ਨੇ। ਮੇਰਾ ਭਾਵ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਿਆ ਕਰਦੇ ਨੇ, ਨਹੀਂ ਤਾਂ ਸੁਣਿਆ ਕਰਦੇ ਨੇ। 40 ਪੌੜੀਆਂ ਦੇ ਵਿੱਚੋਂ ਇਹ 5 ਪੌੜੀਆਂ ਦਾ ਪਾਠ ਅੱਜ ਮਾਣਯੋਗ ਜੀ ਨੇ ਸਾਨੂੰ ਸਰਵਣ ਕਰਵਾਇਆ। ਹੁਣੇ ਗੁਰਮੁਖ ਸਿੱਖ ਸਵਾਲ ਕਰ ਰਹੇ ਸਨ, ਅਜਿਹਾ ਕਿਉਂ? ਮੈਨੂੰ ਧਿਆਨ ਹੈ ਮਾਣਯੋਗ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਇਹ ਗੱਲ ਪ੍ਰਗਟ ਕੀਤੀ ਸੀ। ਲੰਬਾ ਸਮਾਂ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਹੈਡ ਗ੍ਰੰਥੀ ਵੀ ਰਹੇ, ਬਹੁਤ ਲੰਬਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵੀ ਕੀਤੀ ਉਹਨਾਂ ਨੇ। ਕਹਿਣ ਲੱਗੇ, ਪੰਜ ਸਿੰਘ ਸਾਹਿਬਾਨ ਨੇ ਬੈਠ ਕੇ ਇਹ ਨੁਕਤਾ ਵਿਚਾਰਿਆ ਸੀ, ਕਿਉਂਕਿ ਹੁਕਮ ਹੈ ਨਾ ਗੁਰੂ ਪੰਥ ਦਾ ਕਿ ਜਿਸ ਵੇਲੇ ਵਾਕ ਲੈਣਾ ਹੈ ਤੇ ਖੱਬੇ ਹੱਥ ਸਭ ਤੋਂ ਉੱਪਰ ਸ਼ਬਦ ਜੇ ਤਾਂ ਇਧਰੋਂ ਸ਼ੁਰੂ ਹੋ ਰਿਹਾ ਹੈ ਤੇ ਵਾਹ ਭਲਾ, ਜੇ ਪਿੱਛੋਂ ਸ਼ੁਰੂ ਹੋ ਰਿਹਾ ਹੈ ਤੇ ਪੱਤਰਾ ਪਰਤ ਕੇ ਉਹ ਸ਼ਬਦ ਇਧਰੋਂ ਸ਼ੁਰੂ ਕੀਤਾ ਜਾਵੇ ਜਿਹੜਾ ਉਧਰ ਆ ਕੇ ਸੰਪੂਰਨ ਹੁੰਦਾ ਹੈ। ਕਹਿਣ ਲੱਗੇ, ਜੇ ਆਨੰਦ ਸਾਹਿਬ ਦੀ ਸਾਰੀ ਰਚਨਾ ਹੀ ਸਨਮੁਖ ਹੋਵੇ, ਜੇ ਉੱਥੋਂ ਮੁਖਵਾਕ ਲਿਆ ਜਾਵੇ ਜਿਵੇਂ ਕਿ ਅੱਜ ਹੋਇਆ, ਤਾਂ ਫਿਰ ਕੀ ਕੀਤਾ ਜਾਵੇ? 40 ਪੌੜੀਆਂ ਆਨੰਦ ਸਾਹਿਬ ਪੜ੍ਹੀਆਂ ਜਾਣ। ਮਾਣਯੋਗ ਜੀ ਨੇ ਦੱਸਿਆ ਸੀ। ਕਹਿਣ ਲੱਗੇ, ਸਿੰਘ ਸਾਹਿਬਾਨ ਨੇ ਫਿਰ ਇਹ ਵਿਚਾਰ ਕੀਤੀ ਕਿ 5 ਪੌੜੀਆਂ ਜਿਹੜੀਆਂ ਨੇ ਨਾ, ਇਹ ਆਨੰਦ ਦੀਆਂ ਪੜ੍ਹ ਲਈਆਂ ਜਾਣ। ਤਾਂ ਉਸ ਦੇ ਅਨੁਸਾਰ ਹੀ ਮਾਣਯੋਗ ਸਿੰਘ ਸਾਹਿਬ ਨੇ ਅੱਜ ਵੀ ਸਾਨੂੰ ਸਰਵਣ ਕਰਵਾਇਆ। ਜਿਹੜੇ ਪ੍ਰੇਮੀ ਜਨ ਸਤਸੰਗੀ ਪਿਆਰ ਦੇ ਨਾਲ ਪੂਰਨ ਆਨੰਦ ਸਾਹਿਬ ਦਾ ਪਾਠ ਕਰਦੇ ਨੇ, ਉਹਨਾਂ ਨੂੰ ਇੱਕ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਜ਼ਰੂਰ। ਇਹ ਮਨੋਰ ਰਚਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ 40 ਪੌੜੀਆਂ ਤੇ ਆਧਾਰਿਤ ਹੈ। ਮੈਂ ਬਲਿਹਾਰ ਜਾਂਦਾ ਨਿਮਾਣਿਆਂ ਦੇ ਮਾਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਾਨ ਸ਼ਾਇਰੀ ਦੇ ਅਰਬੀ ਸ਼ਾਇਰ
ਜਿਨ੍ਹਾਂ ਦੇ ਅੰਦਰ ਇੰਨੀਆਂ ਉੱਚੀਆਂ ਸਾਹਿਤਕ ਉਡਾਰੀਆਂ ਨੇ, ਇੰਨੀ ਬਰੀਕੀ ਹੈ। 40 ਪੌੜੀਆਂ ਦੇ ਵਿੱਚ ਖਿਆਲ ਦੀ बढ़त ਹੈ ਲਗਾਤਾਰ, ਲੇਕਿਨ ਖਿਆਲ ਦੀ बढ़त ਹੋਣ ਦੇ ਨਾਲ ਨਾਲ ਹਰੇਕ ਪੌੜੀ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਸ਼ਬਦ ਦਾ ਰੂਪ ਵੀ ਹੈ, ਸੰਪੂਰਨ ਖਿਆਲ ਵੀ ਹੈ। ऐसा नहीं कि कुछ अधूरा है किसी थां ते, मत सोचना कि मत सोचना 5 पौड़ियां पढ़ लिया गई ने ते ये एक अधूरा शब्द है, पूरा शब्द तो 40 पौड़ियां ते है। ऐसा नहीं है। एक छोटा जिहा नुकता होर सानू ध्यान च रख लेना चाहिए है। मैं भी शब्द पौड़ी वरत रहा, सिख रहत मर्यादा दे विच भी गुरु खालसा जी ने पौड़ी शब्द का जिक्र किया है। जदों किसी भी समय 6 पौड़ियां का पाठ करना हो तो आख्या पहलियां 5 ते अंतली 1 पौड़ी, पौड़ी शब्द वरत्या। पर सारी बाणी दे विच किते भी पौड़ी शब्द लिखत विच नहीं आया। ते सानू सारियां नू पता है कि श्री गुरु ग्रंथ साहिब जी दे विच 22 वारां ने ते 12 पौड़ियां का समूह होया करदियां ने। कि आनंद साहिब एक वार है? क्योंकि पौड़ी शब्द तो किते लिखिया भी नहीं, फिर साडे सामने एक सवाल लग जाता है। 40 पद ने, पर साडे विच ये जोरदार परंपरा है, गुरु खालसा जी ने उवें ही मर्यादा विच अंकित किया है पौड़ी कह के। इसलिए अज भी असीं इन्हां 5 पौड़ियां का पाठ ते उसकी विचार व्याख्या समय अनुसार करांगे। सतगुरु गुरु अमरदास पातशाह जी ने ये जिहड़ी मनोहर रचना रची है ना, आनंद, असीं प्यार शरधा नाल आनंद साहिब अक्सर ही बोलते हैं। सतगुरां ने सिरलेख लिखिया है, रामकली महला 3 आनंद। ते पहली पंक्ति जिहड़ी है, आनंद भया मेरी माए। हाँ जी, कृपा करोगे सारे बोलोगे, आनंद भया मेरी माए सतगुरु मैं पाया। आहा, फिर एक बार दोहराओ ना सारे प्यार नाल, आनंद भया मेरी माए सतगुरु मैं पाया। सतगुरता पाया सहज सेती मन वजियां वधाइयां। सतगुरता पाया सहज सेती मन वजियां वधाइयां। जदों आनंद साहब 6 पौड़ियां पढ़न का आदेश किया ना, रहरास के समय भी, ते उत्थे थले फुट नोट च लिखिया है, दीवान की समाप्ति समय आनंद साहब 6 पौड़ियां पढ़िया जाता है, या जदों कड़ा प्रसाद की देग तैयार होंदी लियांदी जाती उदों पढ़िया जाता है। पर यह वाहिगुरू जी दे नाल मिलाप दा, खुशी का प्रगटा है। वाहिगुरू जी दे नाल मिलाप दा असीं कितनी बारी आनंद पढ़िया भला? शाम को एक बार तो असीं जरूर आनंद पढ़ते हैं ना, हो सकता असीं सवेरे भी पढ़ीए, हो सकता मेरे वर्गे वखरे वखरे जो कारज धार्मिक कारज निभाते हैं तो 2 वार नालों वधीक दिहाड़ी विच आनंद पढ़ते हो। आनंद भया मेरी माए सतगुरु मैं पाया। हाँ जी, पर आनंद रियलाइज किया कि सतगुरु नूं मिले तो आनंद आ गया। सतगुरु नूं मिले तो आनंद आ गया। हुण आनंद कोई साधारण अवस्था नहीं है। असीं सुभावक कहण तां लग पे की हाल है बई, बड़ा आनंद है जी, की हाल है भी, बड़ी चढ़दी कला है बई। पर एवें ना मिनट 2 नहीं बीतते जदों असीं रोण लग पैंदे हैं। वो आनंद नहीं हुंदा, वो नहीं आनंद हुंदा। इस गल नूं एक इतिहासक घटना के राही
मैं स्पष्ट करा थोड़ा जिहा। कलगीधर साहब सच्चे पातशाह जी के समय एक नौजवान सतगुरां दा बड़ा निकटवर्ती, बड़ी सेवा करया करे, भावना रखदा सी। सतगुरां ने आखिया अपने कोल विद्वान सिखां नूं भी इहनूं तुसीं ना गुरमुखी सिखा दिओ, बाणी पढ़ने ला दिओ, ताकि जिथे इहदे अंदर सेवा का चाह है ना, इहनूं सिੱਖੀ दी सोझी आ जाए। ठीक है जी, गुरमुखी उन्होंने शुरू की, भलावें अखर आए। अखर जिसने उठाउण लग पिया तो ग्रंथी सिंह जी ने चाहया बई आनंद जिहड़ी रचना है ये बड़ी सुखैन है, क्यों ना पहला इन्हूं इसे दा ही पाठ करवाता जाए। ग्रंथी सिंह जी ने इवें कीता, सबक दिता, आनंद भया मेरी माए सतगुरु मैं पाया। सबक लैके चला गया तो फिर मुड़ के आया ही ना। दिन बीत गए तो जिस वेले आया ना तो सतगुरु महाराज गुरु कलगीधर साहिब पुछदे ने, कहते ने ग्रंथी सिंह जी उस नौजवान का की बनया, हुण तां काफी पाठ कर गया होगा, बहुत सरल हो गया होगा। उन्हें कहा पातशाह पहला तो आउंदा रहा है, जदों ना वो भुलावें अखरां तो अगे जाके ते मैं आनंद शुरू करवाया है तो पहले दिन ही ना एक पंक्ति पढ़ के चला गया, मुड़ के आया ही नहीं। असुर कहने लगे बुलाओ हो पढ़ा। आया तो महाराज ने पूछा भी ये की गल है, तुसी आनंद शुरू किया तो मुड़ के आए ही नहीं। उसने पता की बचन आखे, कहता है सच्चे पातशाह जदों मैनू भाई साहब ने यह पढ़ा दिता कि आनंद पाया मेरी माए सतगुरु मैं पाया, वाहिगुरू आनंद ही तो जीवन का लक्ष्य है, जीवन का निशाना है। तो जिस वेले सतगुरां की कृपा के नाल आनंद अवस्था प्राप्त हो गई, हुण इस तो अगे मैं होर की पढ़ा, मैंने पढ़ने की लोड़ ही महसूस नहीं हो। मैं रुकना चाहना तो इस गल ते ध्यान दिवाना चाहूँगा। मैं कहता वो नौजवान कितना सुचेत है, एक पंक्ति पढ़ता है तो वो वास्ते वही इनफ हो जाता है, बहुत हो गया बहुत। सतगुरु फिर समझाते ने, कहने लगे बेटा सानू खुशी हुई है तेरे अंदर ना इन्नी चेतना हैगी है, तू इन्ना सजग होके पाठ कर रहा है, समझ रहा है, सानू खुशी है। पर बेटा जे एक पंक्ति पढ़ के तेनू इन्ना कुछ प्राप्त होया है तो बाकी पढ़ेगा तो कितना कुछ प्राप्त होएगा। बाकी पढ़ो पढ़ो बाकी। उस नौजवान ने नाम गुरमुख सी उसका पढ़िया, फिर ते होर भी उसने जीवन का लाभ प्राप्त किया। मैं ये कहना चाहता संगत जीओ, असी सारे ही सतगुरां दे धीआं पुत्तर हाँ। सतगुरु महाराज गुरु अमरदास जी ने अज इस 16वें पद ते 16वीं पौड़ी दे विच फिर इथों ही बचन शुरू किया है। और मैनू इउं जापदा है कि उन्हों के पिछोकड़ दे विच ना वो जीवन अनुभव है, 62 सालों का जीवन अनुभव, जदों अजे गुरु दरबार विच नहीं आए सन, जदों वो तिलकधारी होया करते सन, जदों वो वैष्णव बिरती के धारनी सन, जदों अजे वो तीर्थ यात्री सन, जदों वो हरिद्वार गंगा नहाउण वास्ते आए तो गए इस चक्कर विच पए हुए सन। जिस दिन वो बीबी अमरो जी के राही गुरु अंगद साहब के चरणों में आ गए, तो जिस दिन गुरु अंगद साहब सच्चे पातशाह ने गुरु नानक का उपदेश दिता, इस उपदेश नूं धारण करन तो बाद जिहड़ी अवस्था बनी ना, मैनूं इउं जापदा है समा पा के जिस वेले गुरता पदवी में प्राप्त होए तो एक दिन जुड़ के ना फिर मैनूं कहना ये रब्बी गीत गाया, फिर रब्बी गीत। कभी इउं भी सतगुरां ने आख्या पहला
आनंद आनंद सब को कहे आनंद गुरु ते जानिया। वाहे जानिया आनंद सदा गुरु ते कृपा करे प्यारिया कर कृपा किल बिख कट्टे। ज्ञान अंजन सारिया अंदरों जिनका मोह टुटा तिनका शब्द सच्चा सवारिया। कहे नानक ए आनंद है, कहे नानक, बोलो सारे, कहे नानक ए आनंद है, आनंद गुरु ते जानिया। भावें मैं जब टुबियां लाउंदा सा तो मैं अपने आप को समझदा सी मैं बड़े आनंद विच हां, ते आनंद वाली गल कोई नहीं सी हैगी। मैं जदों अनेकां तिलक लाई फिरदा सा तो मैं समझदा सा मैं बड़े आनंद विच हां, मैं घुमदा फिरदा सा मैं बड़े आनंद विच हां। मैं कुछ होर करदा सा तो मैं बड़े आनंद विच हां। कहंदे ने नहीं, अज मैनू रियलाइज होया है, मैं महसूस किया है सतगुरां दे चरनां दे विच आके शब्द की बरकत प्राप्त करके जदों सतगुरां ने मेरे सिर ते मेहर दा हथ रखिया ना, अज मैनू पता लगा आनंद की हुंदा है। और मैनू इहों जापदा है ओही जीवन अनुभव सतगुरु गुरु अमरदास पातशाह साडी झोली विच अज पा रहा है। और रब्बी शायर एडे कमाल के रब्बी शायर ने कि ख्याल वही एक ही आनंद का ही चल रहा है, लेकिन आनंद नूं वखरे वखरे रूपों में वखरे वखरे नावां दे नाल डिफरेंट शेड्स जिहड़ियां ने वो साडे सामने लिया रहे हैं। ते अज की आखियो ने, आओ आपां सारे प्यार सहित सरवण करिए। माणयोग भाई साहब होरां नूं मैं बेनती करांगा सानू सारिआं नूं सरवण करवाउण ताकि आपां पंजे ही पौड़ियों का पाठ श्रवण करते हुए समय अनुसार कुछ विचारां कर सकीए। समूह गुरसिख माई भाई जिमें जुड़े बैठे हो, धन भाग सारे सारियां दे रसना पवित्र करो। बोलो जी वाहेगुरु, बोलो जी वाहेगुरु, बोलो जी सतनाम श्री वाहेगुरु साहिब जी। एहो सोहेला शब्द सुहावा। हुण इत्थे उस आनंद नूं आखिया सोहेला। की आखिया इत्थे? सोहेला। सोहेला शब्द का अर्थ हुंदा है सुख देन वाला। केड़ा सुख देने वाला? अल्प सुख देने वाले सुख की गल नहीं है। कुछ खाण दे नाल जिहड़ा मिल गया, कुछ पहनण दे नाल मिल गया, एसी दी ठंड विच बैठिया मिल गया या कुछ होर, उसकी गल नहीं हो रही। उस सुख की गल हो रही है जिन्हों परम सुख आखिया गया, जिन्हों सतगुरां ने पहला आनंद आखिया। कित्थों मिलिया? शब्द सुहावा। सुहावा मैनू सोहना, ये सोहने शब्द के राही मैनू प्राप्त होया। शब्द और शब्द तो की अर्थ होया? असी ये गल इं भी कह सकते हैं, विचार सकते हैं कि महाराज गुरु अंगद साहब जी ने मैनू वाहिगुरु गुरमंत्र दिता। गुरमंत्र है, वाहिगुरु दा मंत्र दिता, दृढ़ करवाया। जिहड़े मैं होर कर्म कांडां विच पिया सा वो सब कुछ छड्ड छड़ा के मैनू एक वाहिगुरु का उपदेश दे दिता। तुसीं नीज नाल ध्यान नाल विचारोगे ना जिस वेले, फिर ये गल खुलेगी साडे अंदर। मैनू वो शब्द बख्शिश कीता, ज्ञान बख्शिश किया, मैनू उपदेश बख्शिश किया, सोहना उपदेश मैनू बख्शिश किया। मेरे अंदर सोहला ही सोहला हो गया। ये सोहला शब्द सुहावा जी। शब्द सुहावा सदा सोहेला सतगुरु सुनाया। ये जड़ा ना सदा टिके रहने वाला आनंद सी ना मेरे अंदर बनया।
ਇਹ ਮੈਨੂੰ ਕਿੱਥੋਂ ਪ੍ਰਾਪਤ ਹੋਇਆ? ਸਤਿਗੁਰੂ ਸੁਣਾਇਆ, ਸਤਿਗੁਰੂ ਸੁਣਾਇਆ, ਸਤਿਗੁਰੂ। ਸਾਰੀ ਆਪਾਂ ਸੁਣਦੇ ਆਂ, ਬੋਲੋ ਸਤਿਗੁਰੂ ਸੁਣਾਇਆ, ਸਤਿਗੁਰੂ ਸੁਣਾਇਆ, ਸਤ। ਗੁਰੂ ਨੇ ਸਰਵਣ ਕਰਵਾਇਆ, ਮੇਰੇ ਅੰਦਰ ਸੋਹਿਲਾ ਪੈਦਾ ਹੋ ਗਿਆ। ਹੁਣ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਇੱਕ ਹੋਰ ਕੁੰਡੀ ਖੋਲਦੇ ਨੇ ਅਗਲੀ ਪੰਕਤੀ ਵਿੱਚ। ਉਹ ਕੀ ਹੈ ਜੀ? ਸਰਵਣ ਕਰਵਾਓ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਸ਼ਾਇਦ ਤੁਸੀਂ ਮੇਰੇ ਅੱਗੇ ਕੋਈ ਸਵਾਲ ਕਰੋ, ਐ ਗੁਰੂ ਅਮਰਦਾਸ, ਜਿਸ ਦਿਨ ਤੁਸੀਂ ਆਏ ਫਸਟ ਟਾਈਮ ਖਡੂਰ ਸਾਹਿਬ ਦੇ ਵਿੱਚ, ਅਸੀਂ ਵੀ ਉਦੋਂ ਉੱਥੇ ਹੀ ਸਾਂ। ਜਿਹੜਾ ਉਪਦੇਸ਼ ਤੁਸਾਂ ਨੇ ਸੁਣਿਆ ਹੈ, ਉਹ ਉਪਦੇਸ਼ ਅਸਾਂ ਨੇ ਵੀ ਸੁਣਿਆ ਹੈ। ਪਰ ਜਿਸ ਆਨੰਦ ਦੀਆਂ ਤੁਸੀਂ ਗੱਲਾਂ ਕਰਦੇ ਹੋ, ਉਸ ਆਨੰਦ ਦੀ ਗੱਲ ਅਸੀਂ ਨਹੀਂ ਕਰ ਸਕੇ ਅਜੇ। ਇਹ ਕੀ ਫਰਕ ਹੈ? ਧਿਆਨ ਰੱਖਿਓ ਜੀ ਸਾਰੇ। ਕੋਈ ਸੱਜਣ, ਕੋਈ ਪ੍ਰੇਮੀ ਸਵਾਲ ਕਰੇ, ਐ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜਿਹੜਾ ਉਪਦੇਸ਼ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੀ ਝੋਲੀ ਵਿੱਚ ਪਾਇਆ, ਉਹ ਤਾਂ ਸੰਗਤੀ ਰੂਪ ਵਿੱਚ ਸਾਰਿਆਂ ਦੀ ਝੋਲੀ ਵਿੱਚ ਹੀ ਪਾਇਆ। ਅਸੀਂ ਵੀ ਬੈਠੇ ਸਾਂ। ਲੇਕਿਨ ਤੁਸੀਂ ਜਿਸ ਆਨੰਦ ਦੀ ਗੱਲ ਤੁਸੀਂ ਕਰਦੇ ਪਏ ਹੋ, ਜਿਸ ਸੋਹਿਲੇ ਦੀ ਗੱਲ ਤੁਸੀਂ ਕਰਦੇ ਪਏ ਹੋ, ਉਹ ਆਨੰਦ ਸੋਹਿਲਾ ਸਾਡੇ ਕੋਲ ਤਾਂ ਨਹੀਂ ਹੈਗਾ। ਹਾਂਜੀ, ਬਿਲਕੁਲ ਇਵੇਂ ਜਿਵੇਂ ਕਿਤਨੇ ਹੀ ਸਾਰੇ ਆਪਾਂ ਆਏ ਚੱਲ ਕੇ ਇੱਥੇ। ਕੁਝ ਵੀਰ ਨੇ ਮੇਰੇ, ਕੁਝ ਭੈਣਾਂ ਭਾਈ ਹਨ ਜਿਹੜੇ ਜਾਣਗੇ ਤੇ ਰੱਜ ਕੇ ਜਾਣਗੇ, ਰਜ ਕੇ ਸ਼ਬਦ ਦੇ ਭੋਜਨ ਦੇ ਨਾਲ ਇੰਨੇ ਰਜ ਕੇ ਜਾਣਗੇ ਕਿ ਸਾਰੀ ਉਮਰ ਕਦੀ ਡੋਲਣਗੇ ਨਹੀਂ, ਥਿੜਕਣਗੇ ਨਹੀਂ। ਲੇਕਿਨ ਬਹੁਤਿਆਂ ਦਾ ਹਾਲ ਅਕਸਰ ਇਵੇਂ ਹੁੰਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰਨ ਵਾਸਤੇ ਆਏ ਹਾਂ, ਪਤਾ ਹੀ ਨਹੀਂ। ਸਮਾਂ ਕੱਢਿਆ, ਟਿਕਟਾਂ ਭਰੀਆਂ, ਸਾਰਾ ਕੁਝ ਕੀਤਾ, ਆ ਕੇ ਇਸ਼ਨਾਨ ਕੀਤਾ, ਸੁਣਿਆ ਵੀ, ਖੜੋਤੇ ਵੀ ਪੰਗਤਾਂ ਵਿੱਚ, ਸੰਗਤਾਂ ਵਿੱਚ, ਪ੍ਰਸ਼ਾਦ ਪਾਣੀ ਵੀ ਛਕਿਆ, ਇੱਥੇ ਵੀ ਬੈਠੇ। ਪਰ ਨਾ, ਜਿਹਨੇ ਬੈਠਣ ਵਾਸਤੇ ਬੈਠੇ, ਆਉਣ ਵਾਸਤੇ ਆਏ, ਇਸ਼ਨਾਨ ਕਰਨ ਵਾਸਤੇ ਟੁੱਬੇ ਲਾਏ, ਅਗਲੀ ਗੱਲ ਦਾ ਜੀਵਨ ਵਿੱਚ ਫਰਕ ਕੋਈ ਵੀ ਨਾ ਪਿਆ। ਹੁਣ ਸਤਿਗੁਰੂ ਮਹਾਰਾਜ ਨਾ ਗੁਰੂ ਅਮਰਦਾਸ ਜੀ ਕਹਿੰਦੇ ਨੇ, ਪਿਆਰਿਓ, ਚੰਗੇ ਭਾਗਾਂ ਨੂੰ ਗੁਰੂ ਨਾਲ ਮਿਲਾਪ ਹੋ ਜਾਵੇ, ਇਹ ਸਬਬ ਬਣ ਜਾਏ ਗੁਰੂ ਦੇ ਕੋਲੋਂ ਸ਼ਬਦ ਸੁਣਨ ਦਾ, ਜਿਵੇਂ ਸਾਨੂੰ ਸਾਰਿਆਂ ਨੂੰ ਮਿਲਿਆ ਹੋਇਆ ਹੈ, ਸਾਰਿਆਂ। ਲੇਕਿਨ ਸ਼ਬਦ ਦਾ ਸੁਣਨਾ ਸ਼ਬਦ ਦੀ ਮੰਜ਼ਿਲ ਨਹੀਂ ਹੈ। ਸ਼ਬਦ ਦੀ ਮੰਜ਼ਿਲ ਹੈ ਸ਼ਬਦ ਨੂੰ ਸੁਣ ਕੇ ਸ਼ਬਦ ਨੂੰ ਮੰਨ ਲੈਣਾ। ਵਾਹਿਗੁਰੂ, ਜੇ ਸ਼ਬਦ ਨੂੰ ਸੁਣ ਕੇ ਤੇ ਅਸੀਂ ਬਸ ਨਾ ਸੁਣਨ ਵਾਲੀ ਰੀਤੀ ਪੂਰੀ ਕੀਤੀ, ਰਸਮ ਪੂਰੀ ਕੀਤੀ, ਐਂ ਕਹਿ ਲਈਏ ਬਈ ਬਹੁਤਿਆਂ ਨੂੰ ਚੇਤਾ ਹੀ ਨਹੀਂ ਰਹਿਣਾ ਵੀ ਸ਼ਬਦ ਕਿਹੜਾ ਸੀ। ਫਲਾਣੇ ਗਿਆਨੀ ਜੀ ਸਨ, ਉਹਨਾਂ ਨੇ ਐਂ ਆਖਿਆ, ਹੋ ਸਕਦਾ ਇਹ ਗੱਲ ਕੋਈ ਯਾਦ ਰਹਿ ਜਾਏ, ਕੁਝ ਹੋਰ ਯਾਦ ਰਹਿ ਜਾਏ, ਸ਼ਬਦ ਚੇਤਾ ਹੀ ਨਹੀਂ ਰਹਿਣਾ। ਹੋ ਸਕਦਾ ਹੈ ਕਿ ਕੁਝ ਸੱਜਣਾਂ ਨੂੰ ਸ਼ਬਦ ਚੇਤੇ ਰਹਿ ਜਾਏ, ਇਹ ਦੂਜੀ ਬਾਤ ਹੈ। ਇਸ ਤੋਂ ਅਗਲੀ ਬਾਤ ਹੈ ਕਿ ਸ਼ਬਦ ਨੂੰ ਆਪਣੇ ਮਨ ਵਿੱਚ ਟਿਕਾ ਲਿਆ ਜਾਵੇ, ਸਦਾ ਲਈ ਸੰਭਾਲ ਲਿਆ ਜਾਵੇ, ਸਦਾ ਲਈ ਚੇਤੇ ਰੱਖਿਆ ਜਾਵੇ। ਹੁਣ ਫਿਰ ਇਸ ਤੋਂ ਅਗਲੀ ਗੱਲ,
कि मेरे चेते रखन नाल नहीं, आहो आहो मैनू याद है, चेता मैनू जानदा मैं, अनेक मिल जाएंगे मेरे वर्गे। कोई चेता करवाएगा ना, गल चेते करवाएगा भी आह गल ठीक आयो नहीं तो आयो, आहो आहो मैनू पता है, मैं जानदा, मैनू चेता है। अगली गल यह है कि जिहड़ी सुनी है, जिहड़ी मन विच चेते है, उन्होंने अमल विच लिआंदा जाए। अगली पौड़ी में सतगुरु महाराज ये दृढ़ करवाते हैं खास तौर पर, इत्थे भी आखिया यह तिनका मन वसिया, एक मात्र ਵਧਾਉਣ वास्ते इत्थे टिप्पी पा दी है, अर्थ मन ही है, मन के नन्ने नूं सिहारी पाई है, मन विच वसिया। सतगुरां ने उपदेश बख्शिया, आनंद रूपी उपदेश बख्शिया, जिहड़ा आनंद पैदा कर देने वाला है, लेकिन नाल ही मेरे ते ये रब्बी रहमत हुई। फिर देखो एक सोहनी गल कर दी बई जेड़ा सिख संभाल लवे उपदेश नूं कदी हौमे विच ना आ जाए, ऐ नाल कह दिता ये रब्बी रहमत है। सिखा जे तू शब्द नूं चेते रखिया है ना, शब्द अनुसार चलन लग पिया है, उपदेश अनुसार चलन लग पिया है, तो तू समझ तेरे ते किरपा है। हम सूखम जिहा भेत मैं इहदे विचों बेनती करदे हां। बाबा अमरदास तीर्थ इशनानी सन। बाबा अमरदास वैष्णवां वाले सारे कर्म निभाया करते सन, तो ही सारे संजम रखिया करते सन, उवें ही तिलक लगाया करते सन, उवें ही उन्हां दे होर सारे यतन सन, किरियाचार जिन्होंने आखिया जाता है। लेकिन जिस वेले गुरु अंगद साहब सच्चे पातशाह जी ने समझाया ना, बाबा जी वैष्णव होना होर गल है, सिख होना होर गल है। वैष्णव होना होर गल है, सिख होना होर गल है। वैष्णव मत होर बात है, सिख मत होर बात है। दो गल्लां कट्ठियां नहीं रल के चल सकनियां। भी तुसी सिख हो के वैष्णव बने रहो, ऐ नहीं चल सकना। एक पासे चलना होएगा। जिथे तुहाडे पहला ये तीर्थ स्नानियां वाली रीत सी, ये सारी छड्डनी पवेगी। इत्थे तां गुरु नानक ने आख्या तीर्थ नहावन जाओ, तीर्थ नाम है। इत्थे तुलसी माला की कोई गुंजाइश नहीं, इत्थे तिलकां की कोई गुंजाइश नहीं, इत्थे होर कुछ करन की कोई गुंजाइश नहीं। ते जिस दिन बाबा अमरदास जी ने मत्था टेकिया सी ना, आखिया सी सच्चे पातशाह जिवें तुसीं हुक्म करोगे मैं उवें करांगा, मैं उवें मन के चलांगा। फिर कभी नहीं तुसीं सुनोगे, सुनिया होएगा कि उस दिन तो बाद बाबा जी ने तिलक लाए होण, वैष्णव वाले किरियाचार कीता होवे, उस दिन तो बाद इसे दे कभी तीर्थ नहाउण गए होण, कभी सुनिया किसी ने? असीं सिखां दे घर जम के, सिखां दे पुत्र हो के भी साडियां चालां कभी जोग मत वालियां हो जांदियां ने, कभी वैष्णव मत वालियां हो जांदियां, कभी किसी होर मत वालियां हो जांदियां। जिवें पता नहीं असीं हैगे की हां। मिलगोपा 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 सिख नहीं हुंदा। तुसीं कहोगे ये कोई कट्टरता फनेटिसिज्म है, ये कट्टरता नहीं है। अपने बाप का आग्ञाकारी होना, अपने पिता का आग्ञाकारी होना, धन्यवाद। ये कट्टरता है कोई? सारिਆਂ ਨੂੰ प्यो मन्निया जा सकता है, सारिਆਂ का सत्कार किया जा सकता है, पर बाप ही बाप है ना। बाप की थां ते हिरदे की कुर्सी ते केवल बाप ही बिठाया जा सकता है। आज्ञाकारी सदा सुख पुंचै। सिख भी आज्ञाकारी होकर ही सदा सुख पाउंदा है। पत्नी एक पति दी होके ही सुख पा सकती है। सारे ओदे वास्ते वीर ने, भरा ने, सारियां दा अदब करे, सत्कार करे, पर पति तो एक ही मन्निया जा सकता है। एक फनेटिसिज्म में कट्टरता है कोई?
कटड़ता नहीं है। गुर कहिया साकार कमावो। जो गुरु साहब सच्चे पातशाह जी ने आखिया ना सिख कमावे, ये नहीं बई कभी उथे चला गया थे उन्हों का बन बैठा, उथे चला गया थे उन्हों का बन बैठा, उत्थे चला गया थे उन्हों का बन बैठा, पता ही ना लगे ये हैगा किहदा है, पता ही ना लगे। ये सिखी थोड़ा। हम क्यों ये थिरकना है? सतगुरु महाराज गुरु अमरदास जी ने पेट खोलिया, कहने लगे रब कृपा करे, परमेश्वर कृपा करे, श्री वाहिगुरु जी कृपालु कृपा करन, बंदे इस गल नूं समझण भी जिस दा लड़ फड़िया है ना घुट के, जिस गुरु दा गुरमत अनुसार चले फिरे। गुर कहे सो कार कमाए जियो, सो कार कमाए जियो। ये तिनका मन वसिया जिन तुरों लिखे आया, तुरों लिखे आया तो भाव है जिन्हां ते रब्बी रहमत होई। एक फेरे कनेरे करह गल्ला, गल्ली किनै ना पाया। थोड़ी जी गल किसी को सुनी तो अगा उपदेश करन तुर पैंदे ने, थोड़ी जी गल सुनी तो बहस मुबासा करन लग पैंदे ने, जिवें पता नहीं किन्नी गुरमत दी सोझी हो गई है। वाह, गल्लां दे विच बात नहीं रह जाती, कुछ गल्लां विच अंदर दा लगाव नहीं रह जाता कुछ। ਜਿਹੜੇ ਬੰਦੇ ਨਾ केवल थोड़ा ਜਿਹਾ ਚੱਲ ਕੇ ਨਾ उपदेश ਕਰਨ वाले पासे तुर ਪੈਂਦੇ ਨੇ, ਗੱਲਾਂ ਕਰਨ वाले पासे तुर ਪੈਂਦੇ ਨੇ, ਉਹਨਾਂ ਦੀ ਗੱਲ ਨੂੰ ਸੁਣਦਾ ਵੀ ਕੋਈ ਨਹੀਂ, ਮੰਨਦਾ ਵੀ ਕੋਈ ਨਹੀਂ ਹੁੰਦਾ। ਮੈਨੂੰ ਐਵੇਂ ਨਾ ਸੁਭਾਵਕ ਦੇ ਬਚਨ ਯਾਦ ਆਇਆ। ਗੁਰਮੁਖ ਸੱਜਣ ਮੇਰੇ ਕੋਲ ਬੈਠਿਆ ਕਰਦਾ ਸੀ ਤੇ ਇੱਕ ਦਿਨ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਗੁਰਮੁਖੋ ਤੁਸੀਂ ਨਿਤਨੇਮ ਕਰਦੇ ਹੁੰਦੇ ਹੋ? ਕਹਿੰਦਾ ਜੀ ਨਹੀਂ ਮੈਂ ਨਹੀਂ ਕਰਦਾ। ਮੈਂ ਕਿਹਾ ਤੁਸੀਂ ਗੁਰੂ ਕੇ ਸਿੱਖ ਹੋ? ਕਹਿਣ ਲੱਗੇ ਬਿਲਕੁਲ, ਕੋਈ ਸ਼ੱਕ ਹੈ ਇਹਦੇ ਚ ਮੈਂ ਗੁਰੂ ਦਾ ਸਿੱਖ ਹਾਂ। ਮੈਂ ਕਿਹਾ ਫਿਰ ਇੱਕ ਗੱਲ ਪੱਲੇ ਬੰਨੋ ਧਿਆਨ ਨਾਲ, ਭਾਵੇਂ ਅੰਮ੍ਰਿਤ ਛਕਿਆ ਹੋਵੇ ਤੇ ਭਾਵੇਂ ਅੰਮ੍ਰਿਤ ਨਾ ਛਕਿਆ ਹੋਵੇ, ਨਿਤਨੇਮ ਕਰਨ ਤੋਂ ਕਿਸੇ ਨੂੰ ਛੋਟ ਨਹੀਂ, ਨਾ ਮੈਨੂੰ ਤੇ ਨਾ ਗੁਰਮੁਖਾ ਤੈਨੂੰ। ਮੈਨੂੰ भी ਛੋਟ नहीं कि मैं आखा मैं ज्ञानी ध्यानी हाँ, मैं बाणी पढ़दा, मैं पढ़ के विचार के संगत के दर्शन करदा, चलो नितनेम करने की की लोड़ है। मैं ना जाप पढ़ा, ना मैं जप पढ़ा, ना मैं सवैये पढ़ा, ना कुछ होर। मैं क्या गुरु पंथ का हुक्म है, गुरु पंथ का हुक्म है। कहते फिर मैं क्या बाकी कुछ बाणी पढ़े दिहाड़ी जरूर पढ़ जिन्नी पढ़ सकता है, पर नितनेम जरूर पहला अमृत वेले होना चाहिए है। इसदियां बड़ियां लभतां ने, बहुत लभतां ने। मैं तुहानूं सारे नूं हथ जोड़ के आखांगा, तुसीं आए हो जी आयां नूं, नितनेम तुसीं करदे हो जिवें कि आस करनी चाहिए है, भैणां दे पासों भी, भाइयों दे पासों भी, बजुर्गों दे पासों भी, बच्चों दे पासों भी। बड़ी चंगी गल है। जे नहीं करते ना अज इत्थे दृढ़ करके जाओ कि असीं नितनेम पहलां करांगे, प्रसादा बाद छकांगे। वेख्या जे किन्नियां बरकतां पैंदियां तुहाडी झोली विच, तुहानूं ही पता नहीं लगना ये की होण लग पिया मेरे घर विच, ये कित्थों बरकतां आ गईयां। मैं गल ओहदी सज्जन दी करदा पिया सां, सवेरे गल होई ते शाम नूं बैठे होए ते कुछ होर ने। एक बीबी आई, उन्हें कुछ अपना ना दुख दस्सिया, जिवें आम तौर ते हुंदा है, अनेकां प्रेमी मिलदे ने, मैनूं इह प्रॉब्लम हैगी है। ते मैं जे उत्तर दिता नहीं ते ओह कोलों बोलदा कहंदा तुसीं नितनेम करिया करो, तुसीं नितनेम करिया करो जरूर। मैं चुप कर गया। बीबी ने आखिया ये जिहड़ा कुछ कहंदे पए ने ठीक है, ये सारियां गल्लां दा इलाज है? मैं कहा हाँ बीबी, जिस घर दे विच नितनेम है ना, अमृत वेले जगना, सवेरे नितनेम करना, शाम नूं नितनेम करना, रात नूं सौण लग्गिया नितनेम करना, उत्थे सारा कुछ ही आ जाता है। पर मैनूं ना एक गल चेते जी आवे
ਬਈ ਇਸ ਸੱਜਣ ਨੂੰ ਮੈਂ ਸਵੇਰੇ ਆਖਿਆ, ਸਵੇਰੇ ਮੈਨੂੰ ਕਹਿੰਦਾ ਮੈਂ ਨਿਤਨੇਮ ਨਹੀਂ ਕਰਦਾ, ਤੇ ਮੈਂ ਇਹਨੂੰ ਸਵੇਰੇ ਆਖਿਆ ਵੀ ਨਿਤਨੇਮ ਕਰਿਆ ਕਰ। ਹੁਣ ਸ਼ਾਮ ਪਈ ਹੈ, ਇਹਨੇ ਅਜੇ ਤੱਕ ਆਪ ਤਾਂ ਨਿਤਨੇਮ ਕੀਤਾ ਨਹੀਂ ਤੇ ਦੂਜੇ ਨੂੰ ਫਟਾਫਟ ਦੱਸਣ ਡਿਆ ਵੀ ਤੂੰ ਨਿਤਨੇਮ ਕਰਿਆ ਕਰ। ਇਹ ਹੈ ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਇਹ ਉਹ ਅਵਸਥਾ ਹੈ। ਨਿਤਨੇਮ ਕਰਨਾ ਕੇਵਲ ਰਟਨ ਮਾਤਰ ਹੀ ਨਾ ਰਹੇ, ਨਿਤਨੇਮ ਕਰਦਿਆਂ ਨਿਤਨੇਮ ਦਾ ਰੂਪ ਹੋ ਜਾਏ ਸਿੱਖ, ਬਾਣੀ ਦਾ ਰੂਪ ਹੋ ਜਾਏ ਸਿੱਖ। ਗੁਰਮੁਖ ਸੱਜਣ ਕਹਿਣ ਲੱਗੇ, ਕਹਿੰਦੇ ਨੇ ਸਾਡੀਆਂ ਧੀਆਂ ਦਾ, ਭੈਣਾਂ ਦਾ, ਬੱਚੀਆਂ ਦਾ ਲਿਬਾਸ ਨਾ ਬਹੁਤਾ ਟੁਕਵਾਂ ਜਿਹਾ ਨਹੀਂ ਹੁੰਦਾ ਜਦੋਂ ਸੰਗਤ ਵਿੱਚ ਆਉਂਦੀਆਂ ਨੇ। ਮੈਨੂੰ ਕੀ ਕਹਿਣਾ ਚਾਹੀਦਾ, ਕਿਹੜਾ ਲਿਬਾਸ ਪਾਓ ਕਿਹੜਾ ਲਿਬਾਸ ਨਾ ਪਾਓ, ਮੈਨੂੰ ਇਹ ਦੱਸਣਾ ਚਾਹੀਦਾ। ਸਾਨੂੰ ਇਹ ਕੰਪਲੇਂਟ ਕਿਉਂ ਆਉਂਦੀ ਹੈ ਕਿ ਧੀਆਂ ਭੈਣਾਂ ਸਾਡੀਆਂ ਜਿਹੜੀਆਂ ਨੇ ਉਹ ਟੁਕਵਾਂ ਲਿਬਾਸ ਨਹੀਂ ਪਾਉਂਦੀਆਂ ਜਦੋਂ ਸੰਗਤ ਵਿੱਚ ਆਉਂਦੀਆਂ ਨੇ। ਵੈਸੇ ਤਾਂ ਸਦਾ ਹੀ ਟੁਕਵਾਂ ਲਿਬਾਸ ਪਾ ਕੇ ਚੱਲਣਾ ਚਾਹੀਦਾ ਹੈ, ਪਰ ਸੰਗਤ ਵਿੱਚ ਆਉਣ ਲੱਗੇ ਅਸੀਂ ਟੁਕਵਾਂ ਲਿਬਾਸ ਨਾ ਪਾਈਏ। ਪਤਾ ਇਹਨੇ ਕਿਉਂ ਹੁੰਦਾ ਹੈ? ਅਵਲ ਤਾਂ ਨਿਤਨੇਮ ਕਰਦੀਆਂ ਨਹੀਂ, ਜੇ ਨਿਤਨੇਮ ਕਰਦੀਆਂ ਨੇ ਤੇ ਨਿਤਨੇਮ ਦਾ ਰੂਪ ਨਹੀਂ ਹੋਈਆਂ। ਜਿਸ ਦਿਨ ਨਿਤਨੇਮ ਦਾ ਰੂਪ ਹੋ ਜਾਣਗੀਆਂ, ਬਾਣੀ ਦਾ ਰੂਪ ਹੋ ਜਾਣਗੀਆਂ, ਉਹਨਾਂ ਦਾ ਲਿਬਾਸ ਆਪਣੇ ਆਪ ਹੀ ਠੀਕ ਹੋ ਜਾਏਗਾ। ਦੱਸਣ ਦੀ ਲੋੜ ਨਹੀਂ ਪਏਗੀ, ਮੇਰੀਏ ਧੀਓ ਕਿਹੋ ਜਿਹਾ ਤੁਸੀਂ ਲਿਬਾਸ ਪਹਿਨਿਆ ਕਰੋ, ਦੱਸਣ ਦੀ ਲੋੜ ਨਹੀਂ ਪਏਗੀ। ਉਹ ਹਮੇਸ਼ਾ ਹੀ ਐਸਾ ਲਿਬਾਸ ਪਹਿਨਣਗੀਆਂ ਜਿਸ ਲਿਬਾਸ ਨੂੰ ਪਹਿਨ ਕੇ ਆਪਣੇ ਬਾਪ ਦੇ ਸਨਮੁਖ, ਭਰਾ ਦੇ ਸਨਮੁਖ ਨਾ ਤਾਂ ਆਪ ਸ਼ਰਮਸਾਰ ਹੋਣ, ਨਾ ਕਦੀ ਉਹਨਾਂ ਦਾ ਭਰਾ ਜਾਂ ਉਹਨਾਂ ਦਾ ਬਾਪ ਸ਼ਰਮਸਾਰ ਹੋਵੇ ਗੱਲ ਕਰਦਾ ਹੋਇਆ। ਘਰ ਦਾ ਵਾਤਾਵਰਣ ਹੀ ਕੁਝ ਹੋਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿਣ ਲੱਗੇ ਕਿ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਨਿਤਨੇਮ ਵੀ ਕਰੋ, ਬਾਣੀ ਵੀ ਪੜੋ ਤੇ ਬਾਣੀ ਦਾ ਰੂਪ ਹੋ ਜਾਓ, ਬਾਣੀ ਦਾ ਰੂਪ ਹੋ ਜਾਓ। ਅਦਰਵਾਈਜ਼ ਗੱਲਾਂ ਦੇ ਵਿੱਚ ਕੁਝ ਨਹੀਂ ਪ੍ਰਾਪਤ ਹੁੰਦਾ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਸੋਹਣਾ ਸ਼ਬਦ ਸਾਨੂੰ ਸਤਿਗੁਰਾਂ ਨੇ ਸਰਵਣ ਕਰਵਾਇਆ, ਸਾਨੂੰ ਝੋਲੀ ਵਿੱਚ ਪਾਇਆ, ਸਾਡੀ ਸੁਰਤੀ ਦੇ ਝੋਲੀ ਵਿੱਚ ਪਾ ਦਿੱਤਾ। ਜੀਵਨ ਸਾਰਾ ਸੋਹਿਲਾ ਹੀ ਸੋਹਿਲਾ ਹੋ ਗਿਆ ਜੀ। ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ। ਇੱਕ ਗੱਲ ਹੋਰ ਸਾਡੇ ਜੀਵਨ 'ਚ ਬੜੀ ਹੈ ਵੀ ਅਸੀਂ ਨਾ ਸੁੱਚ ਵਾਲੇ ਪਾਸੇ ਧਿਆਨ ਦਿੰਦੇ ਹਾਂ। ਸੁੱਚ, ਇਹ ਪਿਛਲੇ ਦਿਨੀ ਸਾਲ ਡੇਢ ਸਾਲ ਹੀ ਹੋ ਗਿਆ, ਸ਼ਾਇਦ 2 ਸਾਲ ਹੀ ਹੋ ਗਏ ਹੋਣ, ਸਵੱਛ ਭਾਰਤ ਵਾਲੀ ਗੱਲ ਤੁਰ ਪਈ। ਸਵੱਛ ਭਾਰਤ ਬਣਾਓ, ਸਵੱਛ ਸ਼ਬਦ ਤੋਂ ਸੁੱਚ ਆਇਆ ਹੈ, ਇੱਕ ਹੀ ਬਾਤ ਹੈ। ਸਵੱਛ ਕਹਿ ਲੋ, ਸੁੱਚ ਕਹਿ ਲੋ। ਸਵੱਛ ਸ਼ਬਦ ਦਾ ਅਰਥ ਹੈ ਸਾਫ਼ ਸੁਥਰਾ। ਇਹਦਾ ਦੂਜਾ ਰੂਪ ਵੀ ਲੈ ਲਿਆ ਗਿਆ, ਅੰਦਰਲੇ ਸਾਫ਼ ਸੁਥਰਾ ਹੋਣਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ, ਅਸੀਂ ਰੋਜ਼ ਆਸਾ ਕੀ ਵਾਰ ਵਿੱਚ ਸਰਵਣ ਕਰਦੇ ਹਾਂ। ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਹਾਂਜੀ ਮਨ ਵਸਿਆ ਸੋਏ। ਕੋਈ ਸੁੱਚਾ ਆਖਿਆ ਗਿਆ, ਪਰ ਜਿਹੜੀ ਅੰਦਰ ਦੀ ਸੁੱਚ ਹੈ ਨਾ, ਉਹਨੂੰ ਆਖਿਆ ਜਾਂਦਾ ਹੈ ਪਵਿੱਤਰਤਾ, ਹੋਲੀਨੈਸ। ਜਿਹੜੀ ਬਾਹਰ ਦੀ ਸੁੱਚ ਹੈ ਉਹਨੂੰ ਆਖਿਆ ਜਾਂਦਾ ਹੈ ਸਫਾਈ। ਸਫਾਈ ਸ਼ਬਦ ਉਰਦੂ ਫਾਰਸੀ ਦਾ ਹੈ, ਸੁੱਚ ਸਾਡੀ ਭਾਰਤੀ ਬੋਲੀ ਦਾ ਸ਼ਬਦ ਹੈ। ਸਵੱਛ, ਸਵੱਛਤਾ ਸਾਡੀ ਭਾਰਤੀ ਬੋਲੀ ਦਾ ਸ਼ਬਦ ਹੈ। ਹੁਣ ਹਰ ਕੋਈ ਚਾਹੁੰਦਾ ਹੈ ਕਿ ਮੈਂ ਪਵਿੱਤਰ ਹੋ ਜਾਵਾਂ, ਤੇ ਪਵਿੱਤਰ ਕਾਹਦੇ ਨਾਲ ਹੋਇਆ ਜਾ ਸਕਦਾ ਹੈ? ਨਾ ਤਾਂ ਬਾਹਰਲੇ ਪਾਣੀਆਂ ਨਾਲ ਹੋਇਆ ਜਾ ਸਕਦਾ ਹੈ, ਨਾ ਬਾਹਰਲੀ ਰਾਖ ਨਾਲ ਹੋਇਆ ਜਾ ਸਕਦਾ ਹੈ, ਨਾ ਬਾਹਰਲੇ ਭੇਖ ਨਾਲ ਹੋਇਆ ਜਾ ਸਕਦਾ ਹੈ, ਨਾ ਬਾਹਰਲੇ ਕਰਮਾਂ ਨਾਲ ਹੋਇਆ ਜਾ ਸਕਦਾ ਹੈ। ਮੈਂ 4 ਬਚਨ ਆਖੇ, ਨਾ ਬਾਹਰਲੇ ਲਿਬਾਸ ਨਾਲ, ਨਾ ਬਾਹਰਲੇ ਇਸ਼ਨਾਨ ਨਾਲ, ਨਾ ਬਾਹਰਲੀ ਰਾਖ ਨਾਲ, ਨਾ ਬਾਹਰਲੇ ਬੋਲਾਂ ਨਾਲ।
ਬਾਹਰਲੇ ਕਰਮਾਂ ਨਾਲ ਨਹੀਂ ਹੋਇਆ ਜਾ ਸਕਦਾ। ਕਿਵੇਂ ਹੋਇਆ ਜਾ ਸਕਦਾ ਹੈ? ਹਜ਼ੂਰ ਕਹਿੰਦੇ ਨੇ ਪਵਿੱਤ ਹੋਏ ਸੇ ਜਨਾ, ਉਹ ਬੰਦੇ ਸਾਰੇ ਹੋਲੀ ਮੈਨ ਹੋ ਗਏ, ਸਾਰੇ ਪਵਿੱਤਰ ਹੋ ਗਏ। ਕਿਹੜੇ ਸਾਰੇ? ਕਿਵੇਂ ਸਾਰੇ? ਜਿਨੀ ਹਰ ਤੇ ਆਇਆ, ਜਿਹੜੇ ਕੇਵਲ ਵਾਹਿਗੁਰੂ ਕਰਤਾਰ ਦੇ ਨਾਲ ਜੁੜ ਗਏ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਸਿੱਖਿਆ ਗ੍ਰਹਿਣ ਕਰਦਿਆਂ ਹੋਇਆਂ, ਗੁਰਮਤਿ ਅਨੁਸਾਰ, ਭਾਵ ਹੈ ਗੁਰਮਤਿ ਅਨੁਸਾਰ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਤੋਰਿਆ, ਹਰੀ ਵਾਹਿਗੁਰੂ ਨਾਲ ਕਰਤਾਰ ਨੂੰ ਧਿਆਇਆ, ਚੇਤੇ ਕੀਤਾ, ਉਹ ਪਵਿੱਤਰ ਹੋ ਗਏ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਿਸੇ ਹੋਰ ਢੰਗ ਦੇ ਨਾਲ ਤਾਂ ਸ਼ਾਇਦ ਕੋਈ ਪਵਿੱਤਰ ਹੋਵੇ ਕਿ ਨਾ ਪਵਿੱਤਰ ਹੋਵੇ, ਪਰ ਇਸ ਢੰਗ ਦੇ ਨਾਲ ਆਪ ਨਿਤਨੇਮ ਕਰਨ ਲੱਗ ਪਿਆ, ਆਪ ਪਿਆਰ ਨਾਲ ਬਾਣੀ ਪੜ੍ਹਨ ਲੱਗ ਪਿਆ, ਆਪ ਸੰਗਤ ਵਿੱਚ ਆਉਣ ਲੱਗ ਪਿਆ, ਆਪ ਸ਼ਬਦ ਦੀ ਵਿਚਾਰ ਸਮਝਣ ਲੱਗ ਪਿਆ, ਆਪ ਸ਼ਬਦ ਗਾਉਣ ਲੱਗ ਪਿਆ। ਪਤਾ ਕੀ ਹੁੰਦਾ ਹੈ? ਆਪ ਵੀ ਪਵਿੱਤਰ ਹੋਇਆ, ਮਾਤਾ ਵੀ ਪਵਿੱਤਰ ਹੋ ਗਈ, ਪਿਤਾ ਵੀ ਪਵਿੱਤਰ ਹੋ ਗਿਆ, ਪਰਿਵਾਰ ਵੀ ਸਾਰਾ, ਕੁਟੁੰਬ ਵੀ ਸਾਰਾ ਪਵਿੱਤਰ ਹੋ ਗਿਆ। ਔਰ ਪਵਿੱਤ ਸੰਗਤ ਸਬਾਈਆ, ਜਿਤਨੇ ਨਿਕਟਵਰਤੀ ਨੇ ਉਹ ਵੀ ਸਾਰੇ ਪਵਿੱਤਰ ਹੋਣ ਲੱਗ ਪਏ, ਉਹ ਵੀ ਸਾਰੇ ਪਵਿੱਤਰ ਹੋਣ ਲੱਗ ਪਏ। ਇਸ ਦਾ ਮਤਲਬ ਇਹ ਨਹੀਂ ਕਿ ਨਹਾਇਆ ਨਾ ਕਰੀਏ, ਇਸ਼ਨਾਨ ਨਾ ਅਸੀਂ ਕਰਿਆ ਕਰੀਏ, ਜ਼ਰੂਰ ਕਰਨਾ ਚਾਹੀਦਾ, ਜ਼ਰੂਰ। ਪਰ ਜੇ ਅਸੀਂ ਕਹੀਏ ਵੀ ਬਾਹਰੋਂ ਨਹਾ ਕੇ ਬਾਹਰਲੀ ਪੋਚਾ ਪਾਚੀ ਨਾਲ ਅਸੀਂ ਪਵਿੱਤਰ ਹੋ ਗਏ ਹਾਂ, ਸੋਹਣੇ ਹੋਣ ਲੱਗ ਪਏ ਹਾਂ, ਤੇ ਯਾਦ ਰੱਖਿਓ ਜੇ ਬਾਹਰਲੀ ਪੋਚਾ ਪਾਚੀ ਨਾਲ ਨਹੀਂ, ਜਦ ਤੱਕ ਅਸੀਂ ਅੰਦਰੋਂ ਪੋਚਾ ਪਾਚੀ ਨਹੀਂ ਕਰਦੇ, ਤੇ ਅੰਦਰਲੀ ਪੋਚਾ ਪਾਚੀ ਕਿਸੇ ਹੋਰ ਢੰਗ ਦੇ ਨਾਲ ਨਹੀਂ ਹੋ ਸਕਦੀ। ਅੰਦਰਲੀ ਪੋਚਾ ਪਾਚੀ ਤਾਂ ਸ਼ਬਦ ਨਾਲ ਹੀ ਹੋ ਸਕਦੀ, ਉਪਦੇਸ਼ ਨਾਲ ਹੋ ਸਕਦੀ ਹੈ, ਹੋਰ ਕਿਸੇ ਜੁਗਤ ਨਾਲ ਨਹੀਂ। ਤੇ ਜਿਹੜਾ ਕਰੇਗਾ ਨਾ, ਫਿਰ ਉਹਦੇ ਅੰਦਰੋਂ ਇੰਨੀ ਖੁਸ਼ਬੂ ਆਉਂਦੀ ਹੈ, ਬਾਹਰਲੀ ਪੋਚਾ ਪਾਚੀ ਜਿੰਨੀ ਮਰਜ਼ੀ ਕਰ ਲਓ, ਝੱਟ ਬਾਅਦ ਪਸੀਨਾ ਆਵੇਗਾ, ਬਦਬੂ ਮਾਰਨ ਲੱਗ ਪਵੇਗੀ। ਵਾਹਿਗੁਰੂ। ਲੇਕਿਨ ਗੁਰੂ ਬਾਬਾ ਕਹਿੰਦੇ ਸਾਧ ਭਲੇ ਅਨਨਾਤੇ ਆ। ਵਾਹਿਗੁਰੂ। ਜਿਨ੍ਹਾਂ ਬੰਦਿਆਂ ਦੇ ਅੰਦਰੋਂ ਖੁਸ਼ਬੂ ਆਉਂਦੀ ਹੈ ਨਾ, ਸ਼ੁਭ ਗੁਣਾਂ ਦੀ ਖੁਸ਼ਬੂ ਆਉਂਦੀ ਹੈ, ਕਿਸੇ ਵੇਲੇ ਨਹੀਂ ਵੀ ਨਹਾ ਸਕੇ, ਦੁੱਖ ਵਿੱਚ, ਸੁੱਖ ਵਿੱਚ, ਸਫਰ ਵਿੱਚ ਕਿਸੇ ਕਾਰਨ ਨਹੀਂ ਇਸ਼ਨਾਨ ਕਰ ਸਕੇ ਨਾ, ਉਹਨਾਂ ਦੇ ਕੋਲੋਂ ਤਾਂ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਓ, ਪਵਿੱਤ ਸੰਗਤ ਸਬਾਈਆ। ਅਤੇ ਅੱਗੇ ਕੀ ਬਚਨ ਕੀਤਾ ਜੀ? ਕਹਿ ਦੇ ਪਵਿੱਤ, ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿਣ ਵਾਲੇ ਪਵਿੱਤਰ ਹੋ ਗਏ, ਸੁਣਨ ਵਾਲੇ ਪਵਿੱਤਰ ਹੋ ਗਏ, ਪਰ ਸ੍ਰੇਸ਼ਟ ਪਵਿੱਤਰ ਉਹ ਹੁੰਦੇ ਨੇ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਸਤਿਗੁਰੂ ਮਹਾਰਾਜ ਨੇ ਆਖਿਆ, ਜਿਨ੍ਹਾਂ ਨੇ ਗੁਰਮਤਿ ਅਨੁਸਾਰ ਚੱਲਦਿਆਂ ਹੋਇਆਂ ਕਰਤਾਰ ਨਾਲ ਸਾਂਝ ਪਾਈ, ਉਹ ਲੋਕ ਪਵਿੱਤਰ ਹੋਏ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਧਾਰਮਿਕ ਕਰਮ ਕਰਨ ਦੇ ਨਾਲ ਜੀਵਨ ਦੇ ਵਿੱਚ ਟਿਕਾ ਨਹੀਂ ਬਣਦਾ ਜੇ। ਇੱਥੇ ਕਰਮੀ ਤੋਂ ਭਾਵ ਕਿਸਮਤ ਨਹੀਂ ਹੈ, ਇੱਥੇ ਕਰਮ ਤੋਂ ਭਾਵ ਹੈ ਪ੍ਰੈਕਟਿਸ। ਕਿਹੜੀ ਪ੍ਰੈਕਟਿਸ? ਜਿਹੜੀ ਅਸੀਂ ਸਮਝਦੇ ਹਾਂ ਕਿ ਰਿਲੀਜੀਅਸ ਪ੍ਰੈਕਟਿਸ ਹੈ, ਰਿਲੀਜੀਅਸ ਪ੍ਰੈਕਟਿਸ। ਮੈਂ ਹੁਣ ਇੱਥੇ ਵਿਸਥਾਰ ਦੇ ਨਾਲ ਨਹੀਂ ਕਹਿ ਸਕਾਂਗਾ, ਸਮਾਂ ਹੋ ਗਿਆ ਹੈ, ਨੇੜੇ ਪਹੁੰਚ ਗਏ ਆਪਾਂ ਤੇ ਸਮਾਪਤੀ ਕਰਨੀ ਹੈ। ਅਜੇ 3 ਪੌੜੀਆਂ ਤਕਰੀਬਨ ਅਰਥ ਆਪਾਂ ਕਰਨੇ ਨੇ। ਇੱਕ ਮਹਾਂਪੁਰਸ਼, ਸਿੱਖ ਕੌਮ ਦੇ ਮਹਾਨ ਜਰਨੈਲ, ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਯਾਦ ਕੀਤਾ ਜਾ ਰਿਹਾ ਹੈ, 24 ਤਾਰੀਖ ਨੂੰ ਉਹਨਾਂ ਦਾ 300 ਸਾਲਾ ਸ਼ਹੀਦੀ ਦਿਨ ਸੀ। ਖਾਲਸੇ ਦਾ ਪਹਿਲਾ ਜਰਨੈਲ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਥਾਪੜਾ ਲੈ ਕੇ ਆਉਣ ਵਾਲਾ, ਜਿਨ੍ਹਾਂ ਨੇ ਗੁਰੂ ਦੇ ਨਾਮ ਦੇ ਝੰਡੇ ਝੁਲਾਏ, ਕਿਲੇ ਬਣਾਏ, ਸਿੱਕੇ ਢਾਲੇ, ਮੋਹਰਾਂ ਬਣਾਈਆਂ, ਹਾਂਜੀ, ਅਤੇ ਜਮਨਾ ਤੋਂ ਲੈ ਕੇ ਤੇ ਰਾਵੀ ਤੱਕ ਸਾਰੇ ਇਲਾਕੇ ਤੇ ਖਾਲਸਾ ਰਾਜ ਫਸਟ ਟਾਈਮ ਕਾਇਮ ਕੀਤਾ। ਗੁਰੂ ਖਾਲਸੇ ਦਾ ਪਹਿਲਾ ਜਰਨੈਲ।
ਲੇਕਿਨ ਇਹ ਥਾਪੜਾ ਲੈਣ ਤੋਂ ਪਹਿਲਾਂ ਕੀ ਸੀ? ਇੱਕ ਵੈਰਾਗੀ, ਮਾਧੋਦਾਸ ਵੈਰਾਗੀ, ਇੱਕ ਯੋਗੀ, ਇੱਕ ਤਾਂਤਰਿਕ। ਇਹ ਤਿੰਨ ਗੱਲਾਂ ਵੱਖਰੀਆਂ ਵੱਖਰੀਆਂ ਨੇ, ਲੇਕਿਨ ਤਿੰਨੇ ਗੱਲਾਂ ਇਸ ਪੁਰਸ਼ ਦੇ ਜੀਵਨ ਵਿੱਚ ਸਨ। ਪੁੱਜ ਕੇ 17 ਵਰ੍ਹਿਆਂ ਦਾ ਇਹਦੇ ਪਾਸ ਵੈਰਾਗ, ਉਸ ਦੀ ਸਾਧਨਾ, ਯੋਗ ਦੀ ਸਾਧਨਾ, ਤਾਂਤਰਿਕਿਜ਼ਮ ਦੀ ਸਾਧਨਾ, ਸਭ ਕੁਝ ਸੀ, ਲੇਕਿਨ ਜੀਵਨ ਵਿੱਚ ਟਿਕਾ ਨਹੀਂ ਸੀ। ਭਾਈ ਨਥਮਲ ਲਿਖਦੇ ਨੇ, ਜਿਹੜੇ ਉਸ ਵੇਲੇ ਮੌਜੂਦ ਨੇ, ਜਦੋਂ ਫਸਟ ਟਾਈਮ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਝੁਕਿਆ ਮਾਧੋਦਾਸ ਵੈਰਾਗੀ। ਭਾਈ ਨਥਮਲ ਲਿਖਦੇ ਨੇ, ਕਹਿਣ ਲੱਗੇ, ਮੈਂ ਕੀ ਵੇਖ ਰਿਹਾ ਇਸ ਦੇ ਅੰਦਰ? ਦਿਲਸ਼ ਬੇਮੁਹੱਬਤ, ਸਰਸ਼ ਪੁਰ ਗਰੂਰ। ਇਹਦੇ ਦਿਲ ਵਿੱਚ ਕੋਈ ਪਿਆਰ ਨਹੀਂ ਹੈ, ਕੋਈ ਮੁਹੱਬਤ ਨਹੀਂ ਹੈ। ਸਰਸ਼ ਪੁਰ ਗਰੂਰ, ਹੰਕਾਰ ਨਾਲ ਭਰਿਆ ਹੋਇਆ ਹੈ ਕਿ ਅਜ਼ ਆਬਿਦੋ ਹਕ ਪਰਸਤਾਂ ਰਾ ਨਫੂਰ। ਕਹਿਣ ਲੱਗੇ, ਜਿਸ ਦਿਲ ਦੇ ਅੰਦਰ ਪਿਆਰ ਨਹੀਂ ਹੈ ਕਿਸੇ ਦੇ ਵਾਸਤੇ, ਜਿਸ ਦੇ ਅੰਦਰ ਹੰਕਾਰ ਭਰਿਆ ਹੋਇਆ ਹੈ, ਉੱਥੇ ਪਤਾ ਕੀ ਹੁੰਦਾ ਹੈ? ਉਹ ਪ੍ਰਭੂ ਦੇ ਪਿਆਰਿਆਂ ਨਾਲ ਕਦੀ ਪਿਆਰ ਨਹੀਂ ਕਰ ਸਕਦਾ ਹੁੰਦਾ। ਇਹ ਤਾਂਤਰਿਕ ਮਤ ਵਾਲੇ, ਮੈਨੂੰ ਖਿਮਾ ਕਰਨਾ, ਸਿੱਖੀ ਦੇ ਵਿੱਚ ਵੀ ਤਾਂਤਰਿਕ ਮਿਲ ਜਾਂਦੇ ਨੇ। ਰੋਜ਼ ਦੇ 80 ਪਾਠ ਕਰੀ ਜਾਓ ਤੁਸੀਂ, ਲੜੀਆਂ ਚਲਾਈ ਜਾਓ ਤੁਸੀਂ, ਕਰੀ ਜਾਓ ਤੁਸੀਂ। ਇਹ ਕੀ ਹੈ? ਇਹ ਸਾਡੀ ਸੁਰਤੀ ਬਿਰਤੀ ਨੂੰ ਗੁਰਮਤਿ ਦਾ ਧਾਰਨੀ ਨਹੀਂ ਹੋਣ ਦਿੰਦਾ। ਇਹ ਕੀ ਆਵੇਗਾ ਅੰਦਰ? ਦਿਲਸ਼ ਬੇਮੁਹੱਬਤ, ਸਰਸ਼ ਪੁਰ ਗਰੂਰ, ਇਹੀ ਕੁਝ ਹੁੰਦਾ ਹੈ। ਨਾ ਅੰਦਰ ਪਿਆਰ ਪੈਦਾ ਹੋਣ ਦਿੰਦਾ, ਭਰਾਵਾਂ ਨਾਲ ਵੀ ਪਿਆਰ ਨਹੀਂ ਪੈਦਾ ਹੋਣ ਦਿੰਦਾ। ਇੰਨਾ ਅੰਦਰ ਹੰਕਾਰ ਆਉਂਦਾ ਹੈ, ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਣ ਤੇ ਅਸੀਂ ਉਹਨਾਂ ਤੇ ਵੀ ਵਾਰ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਵਾਹ, ਕਰਮੀ ਸਹਿਜ ਨਾ ਉਪਜੈ, ਬਿਨ ਸਹਜੈ ਸਹਸਾ ਨਾ ਜਾਏ। ਤੇ ਅੰਦਰਲਾ ਤੌਖਲਾ ਫਿਰ ਨਹੀਂ ਜਾਂਦਾ। ਨਹਿ ਜਾਏ ਸਹਸਾ ਕਿਤੈ, ਸੰਜਮ ਰਹੇ ਕਰਮ ਕਮਾਏ। ਸੰਜਮ, ਭਾਵੇਂ ਯੋਗ ਦਾ ਸੰਜਮ, ਭਾਵੇਂ ਤਾਂਤਰਿਕਿਜ਼ਮ ਦਾ ਸੰਜਮ, ਤੇ ਭਾਵੇਂ ਵਿਰਾਗ ਦਾ ਸੰਜਮ, ਤੇ ਭਾਵੇਂ ਕੋਈ ਹੋਰ ਸੰਜਮ। ਸੰਜਮ ਨਾਮ ਹੈ ਸਾਧਨ ਦਾ, ਸੰਜਮ ਨਾਮ ਹੈ ਜੀਵਨ ਚਾਲ ਦਾ। ਜਿੰਨੇ ਮਰਜ਼ੀ ਕਿਸੇ ਨੇ ਕਰਮ ਕਮਾਏ ਹੋਣ। ਸਹਸਾ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਇੱਕ ਸਵਾਲ ਪੈਦਾ ਹੋਵੇਗਾ ਕਿ ਇਹ ਕਿਵੇਂ ਧੋਤਾ ਜਾ ਸਕਦਾ ਹੈ? ਇਹ ਅੰਦਰ ਜਦ ਤੱਕ ਸਹਸਾ ਹੈ, ਅੰਦਰ ਟਿਕਾ ਨਹੀਂ ਆਉਂਦਾ, ਟਿਕਾ ਨਹੀਂ ਆਉਂਦਾ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਮੰਜੇ ਪਲਟਾਉਂਦਾ ਹੈ, ਦੂਜਿਆਂ ਦੀ ਬੇਇੱਜ਼ਤੀ ਕਰਦਾ ਹੈ, ਹੱਸਦਾ ਹੈ। ਪਰ ਜੇ ਕੋਈ ਮਹਾਬਲੀ ਗੁਰੂ ਗੋਬਿੰਦ ਸਿੰਘ ਆ ਕੇ ਬੈਠ ਜਾਂਦਾ, ਫਿਰ ਕਲਪ ਜਾਂਦਾ। ਟਿਕਾ ਕਿੱਥੇ ਹੈ? ਇਹ ਕੀ ਕੀਤਾ ਜਾਵੇ ਫਿਰ? ਸਤਿਗੁਰਾਂ ਨੇ ਆਖਿਆ, ਇਉਂ ਕੀਤਾ ਜਾਵੇ, ਮਨ ਧੋਵੋ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਮਨ ਧੋਵੋ, ਇਹ ਖਿਆਲ ਕੱਲ ਵੀ ਸੀ, ਅੱਜ ਵੀ ਸਾਡੇ ਧਿਆਨ ਕਰਨ ਵਾਲਾ ਹੈ। ਜਿਹੜੇ ਯੋਗਾ ਅਭਿਆਸ ਕਰਦੇ ਨੇ ਲੋਕ, ਉਧਰ ਵਿਸ਼ਵਾਸ ਰੱਖਦੇ ਨੇ, ਜੀ ਸਦਕੇ ਕਰੀ ਜਾਣ। ਵੈਰਾਗੀ ਆਪਣਾ ਵੈਰਾਗ ਕਮਾਈ ਜਾਣ, ਤਾਂਤਰਿਕ ਆਪਣਾ ਜਾਦੂ ਮੰਤਰ ਕਰੀ ਜਾਣ। ਮੈਂ ਗੱਲ ਗੁਰੂ ਕੇ ਸਿੱਖਾਂ ਦੇ ਪ੍ਰਤੀ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਡਾਇਰੈਕਟ ਅਪਰੋਚ ਦਿੱਤੀ ਹੈ। ਤੁਸੀਂ ਆਪਣੇ ਮਨ ਦੀ ਗੱਲ ਕਰੋ, ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋ ਜਾਏਗਾ। ਸਵੇਰੇ ਗੁਰਮੁਖ ਸੱਜਣ ਸਰਵਣ ਕਰਵਾ ਰਹੇ ਸਨ, ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਤੁਹਾਨੂੰ ਕੁੰਡਲਨੀ ਸੁਲਝਾਉਣ ਵਾਸਤੇ ਕਿਸੇ ਯੋਗੀ ਦੇ ਪਿੱਛੇ ਜਾਣ ਦੀ ਲੋੜ ਨਹੀਂ ਹੈ। ਜਿਸ ਵੇਲੇ ਅਸੀਂ ਸੰਗਤ ਵਿੱਚ ਬੈਠਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਜਿੱਥੇ ਉਹ ਕੁੰਡਲੀਆਂ ਸੁਲਝਾ ਕੇ ਪਹੁੰਚਦੇ ਨੇ, ਗੁਰੂ ਕੇ ਸਿੱਖ ਉਸ ਤੋਂ ਵੀ ਅੱਗੇ ਪਹੁੰਚੇ ਹੋਏ ਹੁੰਦੇ ਨੇ। ਸੁਲਝ ਜਾਂਦਾ ਸਾਰਾ ਕੁਝ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ, ਇਹੋ ਸਹਸਾ ਏਵ ਜਾਏ। ਸਹਸਾ ਇਸ ਢੰਗ ਦੇ ਨਾਲ ਦੂਰ ਹੋ ਸਕਦਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ ਤੋਂ ਭਾਵ ਹੈ, ਗੁਰੂ ਸ਼ਬਦ ਨਾਲ ਅਸੀਂ ਸਾਰੇ ਜੁੜ ਜਾਈਏ, ਸਾਡੇ ਅੰਦਰ ਸਹਿਜ, ਸਾਡੇ ਅੰਦਰ ਆਨੰਦ,
ਪੈਦਾ ਹੋ ਜਾਂਦਾ ਹੈ। ਜੀਉ ਮੈਲੇ ਬਾਹਰੋ ਨਿਰਮਲ। ਹੁਣ ਸੌਖੀ ਜੀ ਗੱਲ ਆਖੀ ਸਤਿਗੁਰਾਂ ਨੇ, ਐਵੇਂ ਬਾਹਰ ਦੀ ਕੂਚਾ ਕਾਚੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ। ਜੇ ਅੰਦਰੋਂ ਗੰਦਗੀ ਹੈ, ਅੰਦਰ ਪਲੀਤਗੀ ਹੈ, ਤਾਂ ਬਾਹਰਲੀ ਨਿਰਮਲਤਾ, ਅੰਦਰ ਨਿਰਮਲਤਾ ਨਾ ਹੋਏ, ਅੰਦਰ ਮੈਲ ਹੋਵੇ ਜੀ। ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਜੇ ਬਾਹਰੋਂ ਸਾਫ਼ ਸੁਥਰੇ ਹੋ ਗਏ, ਅੰਦਰੋਂ ਮੈਲੇ ਹੋਏ, ਚੇਤਾ ਰੱਖਿਓ ਜੇ, ਤਿਨੀ ਜਨਮ ਜੂਐ ਹਾਰਿਆ। ਤਾਂ ਉਹਨਾਂ ਬੰਦਿਆਂ ਦਾ ਜੀਵਨ ਜੇ ਐਵੇਂ ਹੀ ਚੱਲਦਾ ਰਹੇ ਨਾ, ਤੇ ਐਵੇਂ ਹੈ ਜਿਵੇਂ ਜੁਆਰੀਏ ਸਮਝਦੇ ਨੇ ਮੈਂ ਅਗਲਾ ਦਾਅ ਲਾ ਕੇ ਜਿੱਤ ਜਾਵਾਂਗਾ, ਮੈਂ ਅਗਲਾ ਦਾਅ ਲਾ ਕੇ ਜਿੱਤ ਜਾਵਾਂਗਾ। ਲੇਕਿਨ ਹੁੰਦਾ ਕੀ ਹੈ, ਚੱਲੇ ਜੁਆਰੀ ਦੋਏ ਹੱਥ ਝਾਰ, ਜਨਮ ਜੂਐ ਹਾਰਿਆ ਜੀ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੁ ਵਿਸਾਰਿਆ। ਇਹ ਮਾਇਆ ਦੀ ਤ੍ਰਿਸ਼ਨਾ ਦੀ ਬਿਰਤੀ ਅੰਦਰੋਂ ਜਾਂਦੀ ਨਹੀਂ ਹੈ, ਇਹ ਰੋਗ ਵੱਡਾ ਰੋਗ ਹੈ। ਅਤੇ ਫਿਰ ਆਪਣੀ ਮੌਤ ਨੂੰ ਵੀ ਭੁੱਲਾ ਹੁੰਦਾ ਹੈ ਬੰਦਾ। ਵੇਦਾਂ ਮਹਿ ਨਾਮ ਉਤਮ, ਸੋ ਸੁਣਹਿ ਨਾਹੀ, ਫਿਰੇ ਜੋ ਬੇਤਾਲਿਆ। ਜਿਵੇਂ ਕੱਲ ਬਚਨ ਸੀ ਨਾ, ਕਬਹੂ ਵੇਦ ਬਾਦ ਕਾਹੋਂ ਬਿਹਾਵੇ ਵੇਦ ਯਾਰ ਬਾਦ, ਕੱਲ ਦਾ ਬਚਨ ਸੀ। ਕਿਸੇ ਦੀ ਐਵੇਂ ਬੀਤੀ ਜਾਂਦੀ ਹੈ, ਧਰਮ ਗ੍ਰੰਥ ਪੜ੍ਹੋ ਤੇ ਬਹਿਸ ਮੁਬਾਸੇ ਕਰੋ। ਸਤਿਗੁਰਾਂ ਨੇ ਅੱਜ ਵੀ ਆਖਿਆ, ਕਹਿਣ ਲੱਗੇ ਜਿਹੜੀ ਗੱਲ ਉੱਥੇ ਲੈ ਕੇ ਚੱਲਣ ਦੀ ਲੋੜ ਸੀ ਨਾ, ਉਹਨੂੰ ਲੈ ਕੇ ਚੱਲਿਆ ਨਾ, ਬਹਿਸ ਮੁਬਾਸਿਆਂ ਦੇ ਚੱਕਰ ਵਿੱਚ ਪੈ ਗਿਆ, ਫਿਰ ਜਿਉਂ ਬੇਤਾਲਿਆ ਤੇ ਕਮਲਿਆਂ ਦੇ ਵਾਂਗੂ ਬਸ ਤੁਰਿਆ ਫਿਰਦਾ ਰਿਹਾ ਜੀ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ। ਮੇਰੇ ਵਰਗੇ ਅਨੇਕਾਂ ਪਾਠੀ ਮਿਲ ਜਾਣਗੇ, ਅਖੰਡ ਪਾਠੀ ਮਿਲ ਜਾਣਗੇ, ਜਿਨ੍ਹਾਂ ਨੂੰ ਸਾਰੀ ਬਾਣੀ ਯਾਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ। ਮੈਨੂੰ ਯਾਦ ਨਹੀਂ ਹੈ, ਪਰ ਮੈਂ ਗੱਲ ਆਪਣੀ ਕਰ ਰਿਹਾ। ਪਰ ਅੰਦਰੋਂ ਕੂੜੇ ਲਾਗੇ, ਬਾਣੀ ਯਾਦ ਕਰਨ ਲਈ ਬਾਣੀ ਨਾਲ ਜੁੜਿਆ ਨਹੀਂ, ਬਾਣੀ ਨੂੰ ਅੰਦਰ ਵਾੜਿਆ ਨਹੀਂ, ਅੰਦਰ ਕੋੜ ਹੀ ਬੈਠਾ ਹੋਇਆ ਹੈ। ਤੇ ਸਤਿਗੁਰਾਂ ਨੇ ਆਖਿਆ, ਚੇਤਾ ਰੱਖਿਓ ਜੇ ਮੇਰੇ ਬੱਚਿਓ, ਤਿਨੀ ਜਨਮ ਜੂਐ ਹਾਰਿਆ। ਹਾਂਜੀ, ਜੀਉ ਨਿਰਮਲ ਬਾਹਰੋ ਨਿਰਮਲ। ਇਹ ਹੋਣਾ ਚਾਹੀਦਾ ਹੈ, ਅੰਦਰਲਾ ਵੀ ਨਿਰਮਲ ਹੋਵੇ ਤੇ ਬਾਹਰਲਾ ਵੀ ਨਿਰਮਲ ਹੋਵੇ ਜੀ। ਬਾਹਰੋ ਤਾਂ ਨਿਰਮਲ, ਜੀਉ ਨਿਰਮਲ। ਅਸਲ ਵਿੱਚ ਬਾਹਰਲੀ ਨਿਰਮਲਤਾ ਜਿਹੜੀ ਹੈ ਗੁਰੂ ਘਰ ਦੇ ਵਿੱਚ ਟਿਕੀ ਹੈ, ਅੰਦਰਲੀ ਨਿਰਮਲਤਾ ਤੇ ਸਤਿਗੁਰ ਤੇ ਕਰਨੀ ਕਮਾਣੀ। ਜਿਵੇਂ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਸਿੱਖ ਉਵੇਂ ਚੱਲਿਆ ਕਰਦਾ ਹੈ, ਨਿਰਮਲ ਉਹ ਹੁੰਦਾ ਹੈ ਜੀ। ਕੂੜ ਕੀ ਸੋਏ ਪਹੁੰਚੈ ਨਾਹੀ। ਉਸ ਦੇ ਤੱਕ ਜਿਹੜਾ ਕੂੜ ਹੈ, ਜਹਾਨ ਦਾ ਕੂੜ, ਜਿਹੜਾ ਅੰਦਰ ਮੈਲ ਪੈਦਾ ਕਰਦਾ ਹੈ, ਉਹਦੀ ਸੋ ਤੱਕ ਵੀ ਨਹੀਂ ਉਹਨੂੰ ਲੱਗਦੀ, ਸੁਧ ਤੱਕ ਵੀ ਨਹੀਂ ਆਉਂਦੀ, ਖਬਰ ਤੱਕ ਵੀ ਨਹੀਂ ਜਾਂਦੀ। ਭਾਵ ਮਾੜੀ ਮੋਟੀ ਉਸ ਦੀ ਵੀ ਅਟੈਚਮੈਂਟ ਨਹੀਂ ਰਹਿੰਦੀ, ਮਨਸਾ ਸੱਚ ਸਮਾਣੀ। ਔਰ ਅੰਦਰੋਂ ਰਜ ਗਿਆ ਹੁੰਦਾ ਹੈ, ਤ੍ਰਿਸ਼ਨਾ ਖਤਮ ਹੋ ਚੁੱਕੀ ਹੁੰਦੀ ਹੈ। ਜਨਮ ਰਤਨ ਜਿਨੀ ਖਟਿਆ। ਐਸੇ ਪ੍ਰੇਮੀ ਵਾਹਿਗੁਰੂ ਜੀ ਨੇ ਜਿਹੜਾ ਕੀਮਤੀ ਜਨਮ ਬਖਸ਼ਿਆ ਹੈ ਨਾ, ਉਹ ਖੱਟ ਲੈਂਦੇ ਨੇ, ਸਫਲ ਕਰ ਲੈਂਦੇ ਨੇ। ਭਲੇ ਸੇਵਨ ਜਾਰੇ। ਉਹਨਾਂ ਦਾ ਆਉਣਾ, ਜੀਵਨ ਵਿਹਾਰ ਕਰਨਾ, ਵਪਾਰ ਕਰਨਾ ਸਫਲ ਹੋ ਜਾਂਦਾ ਹੈ। ਕਹਿ ਨਾਨਕ ਜਿਨ ਮਨ ਨਿਰਮਲ। ਜਿਨ੍ਹਾਂ ਦਾ ਮਨ ਨਿਰਮਲ ਹੁੰਦਾ ਹੈ, ਸਦਾ ਰਹੇ ਗੁਰ ਨਾਲੇ। ਉਹ ਸਦਾ ਹੀ ਗੁਰੂ ਦੇ ਨਾਲ ਰਹਿੰਦੇ। ਵਾਹਿਗੁਰੂ, ਸਦਾ ਹੀ ਗੁਰੂ ਦੇ ਨਾਲ ਰਹਿੰਦੇ। ਇਹ ਨਹੀਂ ਵੀ ਇੱਥੇ ਆਇਆ ਗੁਰੂ ਸ਼ਬਦ ਦੇ ਨਾਲ ਰਹਿੰਦੇ ਨੇ, ਗਿਆਨ ਹੀ ਗੁਰੂ ਦੇ ਨਾਲ ਰਹਿੰਦੇ ਨੇ। ਗੁਰਦੁਆਰੇ ਬੈਠੇ ਗੁਰੂ ਨਾਲ ਨਹੀਂ ਰਹਿੰਦੇ, ਕੰਮਾਂ ਕਾਰਾਂ ਵਿੱਚ ਵੀ ਗੁਰੂ ਦੇ ਨਾਲ ਰਹਿੰਦੇ ਨੇ। ਭਾਵ ਕੀ ਹੈ, ਸਦਾ ਹੀ ਸ਼ਬਦ ਦੀ ਓਟ ਦੇ ਵਿੱਚ, ਸ਼ਬਦ ਦੇ ਭੈ ਦੇ ਵਿੱਚ, ਸ਼ਬਦ ਦੀ ਸ਼ਰਨ ਵਿੱਚ ਰਹਿੰਦੇ ਨੇ। ਔਰ ਭਲਾ ਭਲਾ ਹੋ ਜਾਂਦਾ, ਜੀਵਨ ਸਫਲ ਹੋ ਜਾਂਦਾ ਹੈ। ਐਸਾ ਸਾਰਿਆਂ ਦਾ ਹੋ ਜਾਏ ਸਾਡਾ, ਮੈਂ ਅਰਦਾਸ ਕਰਦਾ ਤੇ ਭਾਵਨਾ ਰੱਖਦਾ ਤੇ ਇਹ ਲਫ਼ਜ਼ ਕਹਿ ਕੇ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ। ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ, ਮਾਨਯੋਗ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ, ਜਿਨ੍ਹਾਂ ਨੇ ਮਾਣ ਬਖਸ਼ਿਆ, ਆਪ ਸਾਰੀਆਂ ਸੰਗਤਾਂ ਦੇ, ਗੁਰੂ ਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੇਰੇ ਧੰਨਵਾਦ ਦੇ ਪਾਤਰ ਨੇ। ਫਿਰ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਲੈ ਆਏ ਤੁਹਾਡੇ ਦਰਸ਼ਨ ਕਰਨ ਦਾ ਮੈਂ ਯਤਨ ਕਰਾਂਗਾ। ਮੇਰੇ ਇਹ ਗੁਰਮੁਖ ਵੀਰ
ਜਿਹੜੇ ਹਮੇਸ਼ਾ ਹੀ ਪਿਆਰ ਸਹਿਯੋਗ ਦੇ ਨਾਲ ਸੋਹਣੇ ਢੰਗ ਦੇ ਨਾਲ ਪਾਠ ਸਰਵਣ ਕਰਵਾਉਂਦੇ ਨੇ, ਮੇਰੇ ਵਿਸ਼ੇਸ਼ ਧੰਨਵਾਦ ਦੇ ਪਾਤਰ ਨੇ। ਮੈਂ ਬੇਨਤੀ ਕਰਦਾ ਇੱਕ ਵਾਰ ਫਿਰ ਇਹ ਪੰਕਤੀਆਂ ਦੁਹਰਾ ਦਿੱਤੀਆਂ ਜਾਣ ਤੇ ਆਪਾਂ ਫਤਿਹ ਬੁਲਾਈਏ ਸਾਰੇ। ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ